ਤਸਵੀਰਾਂ ਦੇਖਣੀਆਂ ਚਾਹਾਂਗੇ ਕੀ ਇਸ ਵੇਲੇ ਸਥਿਤੀ ਹੈ, ਕਿੱਥੇ ਮ੍ਰਿਤਕ ਦੇ ਰੱਖੀ ਹੈ, ਕੌਣ-ਕੌਣ ਉੱਥੇ ਮੌਜੂਦ ਨੇ ਔਰ ਕੀ ਕੋਈ ਕੀ ਅੱਗੇ ਦਾ ਕੀ ਹੁਣ ਉਹਨਾਂ ਦਾ ਜਿਹੜਾ ਹੈ ਪੂਰਾ ਇਸ ਬਾਰੇ ਜਿਹੜੀਆਂ ਅੰਤਿਮ ਰਸਮਾਂ ਹੈ ਉਸ ਨੂੰ ਨਿਭਾਉਣ ਦੇ ਲਈ ਕੋਈ ਸਮਾਂ ਵਗੈਰਾ ਮਿੱਥਿਆ ਗਿਆ, ਕੁਝ ਦੱਸਿਆ ਪਰਿਵਾਰ ਨੇ ਜਾਂ ਡੇਰਾ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ? देखो विजय, सब तो पहला तो ये जानना जरूरी है कि जी मृतक दे है कुछ देर पहला असीं तस्वीरां दिखाईयां सी कि जो फरीदकोट के हॉस्पिटल दे विच जिथे पोस्टमार्टम हाउस च उन्हां दा पोस्टमार्टम किया गया, उस तो बाद बॉडी जिहड़ी है वो कोटकपूरे तक लिआंदी गई है। पर पहला ये चर्चावां सी कि शायद जिहड़ी मृतक दे है उन्हां दे परिवारक मैंबरां दे विच रखी जाए, उन्हां दे घर रखी जाए, पर घर की बजाए डेरा सच्चा सौदा का जिहड़ा नाम चर्चा घर है उत्थों दियां ये तस्वीरां ने कि उत्थे उन्हां दी जिहड़ी मृतक दे है सिद्धी जो एंबूलेंस उतों हॉस्पिटल तो रवाना हुई सी और इस वेले सारे परिवारक मैंबर जिहड़े ने दुख साझा करन दे लई पहुंच रहे ने और प्रदीप कुमार दा जिहड़ा अंतिम दर्शन करन दे लई सारे आ रहे ने। ਤਾਂ ਇੱਕ ਪਾਸੇ ਤੁਸੀਂ ਉਹਨਾਂ ਦਾ ਪਰਿਵਾਰ ਦੇਖ ਸਕਦੇ ਹੋ, ਬਜ਼ੁਰਗ ਪਿਤਾ ਉਹਨਾਂ ਦੇ ਜਿਹੜੇ ਨੇ ਉਹ ਵੀ ਕੁਝ ਦੇਰ ਪਹਿਲਾਂ ਇੱਥੇ ਪਹੁੰਚੇ ਨੇ। ਤਾਂ ਪਹਿਲਾਂ ਸਾਰੇ ਉਹਨਾਂ ਦੇ ਜਿਹੜੇ ਚਾਹੇ ਉਹ ਡੇਰਾ ਪ੍ਰੇਮੀ ਹੋਣ ਚਾਹੇ ਉਹਨਾਂ ਦੇ ਪਰਿਵਾਰਕ ਮੈਂਬਰ ਹੋਣ ਤਾਂ ਘਰ ਦੇ ਵਿੱਚ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਸੀ। ਪਰ ਇਸ ਵੇਲੇ ਦੀ ਜਿਹੜੀ ਤਸਵੀਰ ਹੈ ਇਹ ਕੋਟਕਪੂਰਾ ਦੇ ਵਿੱਚ ਜੋ ਡੇਰਾ ਸੱਚਾ ਸੌਦਾ ਦਾ ਨਾਮ ਚਰਚਾ ਘਰ ਹੈ ਉੱਥੇ ਸਾਰੇ ਮੌਜੂਦ ਨੇ। ਤਾਂ ਕੁਝ ਦੇਰ ਪਹਿਲਾਂ ਜਿਹੜੇ ਸੀਨੀਅਰ ਅਧਿਕਾਰੀ ਨੇ ਪੁਲਿਸ ਦੇ ਉਹ ਵੀ ਇੱਥੇ ਆਏ ਸੀ ਔਰ ਜਿਹੜੇ ਡੇਰੇ ਦੇ ਕਮੇਟੀ ਮੈਂਬਰ ਨੇ ਯਾਨੀ ਕਿ ਡੇਰੇ ਦੇ ਨਾਲ ਸੰਬੰਧਿਤ ਲੋਕਾਂ ਨੂੰ ਜਿਹੜੀ ਅਗਵਾਈ ਕਰਨ ਵਾਲੇ ਜਿਹੜੇ ਆਗੂ ਨੇ ਉਹ ਲਗਾਤਾਰ ਪੁਲਿਸ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਨੇ। ਹਾਲਾਂਕਿ ਸਿੱਧੇ ਤੌਰ ਤੇ ਮੰਗਾਂ ਕੀ ਰੱਖੀਆਂ ਗਈਆਂ ਨੇ ਇਸ ਬਾਰੇ ਤਾਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਇਹ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਕਿ ਉਹਨਾਂ ਦੇ ਅੰਤਿਮ ਸੰਸਕਾਰ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਕਿ ਆਖਿਰਕਾਰ ਉਹਨਾਂ ਦਾ ਅੰਤਿਮ ਸੰਸਕਾਰ ਕਦੋਂ ਕੀਤਾ ਜਾਣਾ। ਪਰ ਪਰਿਵਾਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਦੁੱਖਾਂ ਦਾ ਕਹਿਰ ਟੁੱਟਿਆ ਪਰਿਵਾਰ ਦੇ ਲਈ ਇੱਕ ਬਹੁਤ ਔਖਾ ਸਮਾਂ ਹੁੰਦਾ ਔਰ ਜਿਸ ਦਾ ਇਹ ਪਰਿਵਾਰ ਦਾ ਜੀ ਜਾਂਦਾ ਇਹ ਦੁੱਖ ਉਹੀ ਸਮਝ ਸਕਦਾ। ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਔਰ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਇਸ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਕਿ ਸ਼ਾਂਤਮਈ ਢੰਗ ਦੇ ਨਾਲ ਜੇ ਉਹ ਹੈ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ। ਔਰ ਜੇਕਰ ਫਰੀਦਕੋਟ ਜਾਂ ਕੋਟਕਪੂਰਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮਾਹੌਲ ਜਿਹੜਾ ਉਹ ਸ਼ਾਂਤੀ ਪੂਰਵਕ ਬਣਿਆ ਰਵੇ, ਤਣਾਅ ਜੋ ਹੈ ਉਹ ਨਾ ਵਧੇ। ਤਾਂ ਇਸ ਕਰਕੇ ਕੋਸ਼ਿਸ਼ ਪ੍ਰਸ਼ਾਸਨ ਦੀ ਲਗਾਤਾਰ ਇਹੀ ਹੈ। ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਾਮ ਚਰਚਾ ਘਰ ਦੇ ਵਿੱਚ ਜਿੱਥੇ ਉਹਨਾਂ ਦੀ ਮ੍ਰਿਤਕ ਦੇ ਕੁਝ ਦੇਰ ਪਹਿਲਾਂ ਲਿਆਂਦੀ ਗਈ ਸੀ ਤਾਂ ਹੁਣ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਹੌਲੀ ਹੌਲੀ ਇੱਥੇ ਪਹੁੰਚ ਰਹੇ ਨੇ। ਤਾਂ ਹੁਣ ਅਸੀਂ ਬਾਹਰ ਦੀ ਵੀ ਤਸਵੀਰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੁਲਿਸ ਵੱਲੋਂ ਕਿੰਨੀ ਜ਼ਿਆਦਾ ਇੱਥੇ ਜਿਹੜੀ ਤੈਨਾਤੀ ਕੀਤੀ ਗਈ ਹੈ, ਕਿਉਂਕਿ ਜੇਕਰ ਇੱਥੇ ਜ਼ਿਆਦਾ ਭੀੜ ਇਕੱਤਰ ਹੁੰਦੀ ਹੈ ਡੇਰੇ ਦੇ ਨਾਲ ਜੁੜੇ ਜਿਹੜੇ ਉਹਨਾਂ ਦੇ ਸਮਰਥਕ ਨੇ ਜੇਕਰ ਉਹ ਇਕੱਠੇ ਹੁੰਦੇ ਨੇ ਤਾਂ ਇੱਥੋਂ ਹੀ ਡੇਰੇ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਕੋਈ ਨਾ ਕੋਈ ਜਿਹੜੀ ਅਗਲੀ ਰਣਨੀਤੀ ਹੈ ਉਸ ਬਾਰੇ ਐਲਾਨ ਕੀਤਾ ਜਾ ਸਕਦਾ। ਤਾਂ ਵੱਡੀ ਤਾਦਾਦ ਦੇ ਵਿੱਚ ਚਾਹੇ ਉਹ ਮਹਿਲਾਵਾਂ ਹੋਣ ਜਾਂ ਫਿਰ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਤਾਂ ਉਹ ਇੱਥੇ ਹੌਲੀ ਹੌਲੀ ਹੁਣ ਪਹੁੰਚ ਰਹੇ ਨੇ ਜਿਸ ਨੂੰ ਇਸ ਬਾਰੇ ਜਾਣਕਾਰੀ ਮਿਲ ਰਹੀ ਹੈ। ਤਾਂ ਅਸੀਂ ਡੇਰੇ ਦੇ ਬਾਹਰ ਦੀ ਤਸਵੀਰ ਮੈਂ ਜ਼ਰੂਰ ਸਾਂਝੀ ਕਰਨੀ ਚਾਹੂੰਗਾ ਕਿਉਂਕਿ ਸਵੇਰ ਤੋਂ ਹੀ ਪੂਰੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਪੁਲਿਸ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤੈਨਾਤ ਕੀਤਾ ਗਿਆ ਸੀ ਔਰ ਅਪੀਲ ਜ਼ਰੂਰ ਚਾਹੇ ਉਹ ADGP ਹੋਣ ਜਾਂ ਫਿਰ DGP ਦੇ ਨਾਲ ਮੁੱਖ ਮੰਤਰੀ ਤਾਂ ਸ਼ਾਂਤੀ ਬਣਾਈ ਰੱਖਣ ਦੀ ਜਿਹੜੀ ਅਪੀਲ ਹੈ ਉਹ ਜ਼ਰੂਰ ਕੀਤੀ ਜਾ ਰਹੀ ਕਿਉਂਕਿ ਕੁਝ ਜਿਹੜੀਆਂ ਅਫਵਾਹਾਂ ਨੇ ਜਾਂ ਗਲਤ ਜਾਣਕਾਰੀਆਂ ਨੇ ਉਹਨਾਂ ਦੇ ਚੱਲਦਿਆਂ ਕਿਤੇ ਨਾ ਕਿਤੇ ਮਾਹੌਲ ਤਣਾਅਪੂਰਨ ਬਣਦਾ ਹੈ। ਗਲਤ ਜਾਣਕਾਰੀਆਂ ਕਰਕੇ ਕਈ ਵਾਰੀ ਅਸੀਂ ਕਹਿ ਸਕਦੇ ਕਿ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਵੀ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ। ਪਰ ਇੱਕ ਜਾਣਕਾਰੀ ਜਿਹੜੀ ਸਹੀ ਢੰਗ ਦੇ ਨਾਲ ਸਾਡੀ ਕੋਸ਼ਿਸ਼ ਹੈ ਕਿ ਹਰ ਕਿਸੇ ਤੱਕ ਰੱਖੀ ਜਾਵੇ। ਤਾਂ ਜਿਸ ਤਰ੍ਹਾਂ ਪਹਿਲਾਂ ਡੇਰੇ ਦੇ ਅੰਦਰ ਤੁਸੀਂ ਦੇਖਿਆ ਕਿ ਬਹੁਤ ਜ਼ਿਆਦਾ ਲੋਕ ਨਹੀਂ ਹਨ, ਹਾਲਾਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਔਰ ਡੇਰੇ ਦੇ ਨਾਲ ਜਿਹੜੇ ਜੁੜੇ ਪ੍ਰੇਮੀ ਨੇ ਉਹ ਜ਼ਰੂਰ ਇੱਥੇ ਪਹੁੰਚੇ ਹੋਏ ਨੇ। ਤਾਂ ਇਹ ਡੇਰੇ ਦੇ ਠੀਕ ਬਾਹਰ ਦੀ ਤਸਵੀਰ ਹੈ ਔਰ ਕੁਝ ਜਿਹੜੇ ਰਸਤੇ ਨੇ ਉੱਥੇ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਕਿ ਬਹੁਤ ਜ਼ਿਆਦਾ ਗੱਡੀਆਂ ਜਾਂ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਡੇਰੇ ਤੱਕ ਨਾ ਪਹੁੰਚ ਸਕਣ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਰਿਸ਼ਤੇਦਾਰ ਨੇ ਉਹ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ। ਕਿਉਂਕਿ ਜੇਕਰ ਪ੍ਰਦੀਪ ਕੁਮਾਰ ਦੀ ਗੱਲ ਕੀਤੀ ਜਾਵੇ ਤਾਂ ਡੇਰੇ ਦੇ ਜਿਹੜੇ ਪ੍ਰੇਮੀ ਨੇ ਉਹਨਾਂ ਦੀ ਅਗਵਾਈ ਵੀ ਉਹ ਕਰਦੇ ਰਹੇ ਨੇ। ਹਾਲਾਂਕਿ 2 ਜਿਹੜੀਆਂ ਪਹਿਲਾਂ FIR ਦਰਜ ਹੋਈਆਂ ਸੀ ਉਹਨਾਂ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਲਗਾਤਾਰ ਕੁਝ ਦੇਰ ਪਹਿਲਾਂ ਜਿਹੜੇ IG ਨੇ ਜਾਂ ਫਿਰ SSP ਦੀ ਗੱਲ ਕਰੀਏ ਤਾਂ ਉਹ ਵੀ ਇੱਥੇ ਪਹੁੰਚੇ ਸੀ ਔਰ ਲਗਾਤਾਰ ਚੰਡੀਗੜ੍ਹ ਦੇ ਵਿੱਚ DGP ਜਾਂ ADGP ਲਾਅ ਐਂਡ ਆਰਡਰ ਦੇ ਨਾਲ ਸੰਪਰਕ ਦੇ ਵਿੱਚ ਨੇ। ਇੱਕ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾ ਰਹੀ ਹੈ ਤਾਂ ਕਿ ਤਣਾਅ ਦੀ ਸਥਿਤੀ ਜਿਹੜੀ ਹੈ ਉਹ ਨਾ ਬਣੇ। ਤਾਂ
ਜਿਹੜੀ ਭਾਈਚਾਰਕ ਸਾਂਝ ਦਾ ਜ਼ਿਕਰ ਅੱਜ ਏਡੀਜੀਪੀ ਲਾਅ ਐਂਡ ਆਰਡਰ ਨੇ ਵੀ ਕੀਤਾ ਸੀ ਕਿ ਜਿਹੜੀ ਕਮਿਊਨਲ ਹਾਰਮਨੀ ਆ ਉਸ ਦੇ ਉੱਪਰ ਕਿਸੇ ਤਰ੍ਹਾਂ ਦੀ ਵੀ ਇਸ ਘਟਨਾ ਦਾ ਅਸਰ ਨਾ ਨਜ਼ਰ ਆਵੇ। ਔਰ ਜਿਹੜੀ ਸੋਸ਼ਲ ਮੀਡੀਆ ਦੇ ਰਾਹੀਂ ਗਲਤ ਜਾਣਕਾਰੀ ਆ ਉਹਨਾਂ ਦਾ ਕਹਿਣਾ ਸੀ ਕਿ ਲੋਕ ਇੱਕ ਦੂਜੇ ਤੱਕ ਪਹੁੰਚਾਉਂਦੇ ਨੇ ਤਾਂ ਉਹਨਾਂ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਅੱਗੇ ਸਾਂਝਾ ਕੀਤਾ ਜਾਣਾ ਚਾਹੀਦਾ। ਤਾਂ ਸਾਡੀ ਵੀ ਇਹੀ ਅਪੀਲ ਹੈ ਕਿ ਭਾਵੇਂ ਇਹ ਜਿਹੜੀ ਘਟਨਾ ਹੈ ਬਹੁਤ ਮੰਦਭਾਗੀ ਸੀ, 6 ਹਮਲਾਵਰ ਜਿਹੜੇ ਉੱਥੇ ਪਹੁੰਚਦੇ ਨੇ, ਹਾਲਾਂਕਿ ਉਹਨਾਂ ਦੇ ਖਿਲਾਫ FIR ਵੀ ਦਰਜ ਕਰ ਲਈ ਗਈ ਹੈ, 3 ਮੋਟਰਸਾਈਕਲ ਵੀ ਬਰਾਮਦ ਜੋ ਨੇ ਉਹ ਕਰ ਲਏ ਗਏ ਨੇ। ਤਾਂ ਉਸ ਤੋਂ ਬਾਅਦ ਕੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਹੁਣ ਕੀਤੀ ਜਾਣੀ ਹੈ, ਕਿਉਂਕਿ ਵੱਖ-ਵੱਖ ਪਹਿਲੂਆਂ ਤੇ ਪੁਲਿਸ ਜਾਂਚ ਦੇ ਵਿੱਚ ਜੁੜ ਚੁੱਕੀ ਹੈ। ਸਭ ਤੋਂ ਪਹਿਲੀ ਜਿਹੜੀ CCTV ਫੁਟੇਜ ਪੁਲਿਸ ਨੂੰ ਮਿਲੀ ਉਸ ਦੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਔਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਵੱਖ-ਵੱਖ ਢੰਗਾਂ ਦੇ ਨਾਲ, ਚਾਹੇ ਉਹ ਸਾਈਬਰ ਸੈੱਲ ਹੈ ਪੁਲਿਸ ਦਾ, ਚਾਹੇ ਉਹ IT ਵਿੰਗ ਹੈ, ਤਾਂ ਹਰ ਕੋਈ ਇਸ ਵੇਲੇ ਇਸ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਕਿ ਇਸ ਮਾਮਲੇ ਦੇ ਨਾਲ ਜੁੜੇ ਹੋਰ ਜਿਹੜੇ ਸੁਰਾਗ ਨੇ ਜਾਂ ਫਿਰ ਜਿਹੜੀ ਪੋਸਟ ਗੋਲਡੀ ਬਰਾੜ ਵੱਲੋਂ ਸਾਂਝੀ ਕੀਤੀ ਗਈ ਔਰ ਉਸ ਪੋਸਟ ਨੂੰ ਲੈ ਕੇ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਸੀ, ADGP ਦਾ ਚੰਡੀਗੜ੍ਹ ਦੇ ਵਿੱਚ ਇਹ ਬਿਆਨ ਸੀ ਕਿ ਉਸ ਪੋਸਟ ਨੂੰ ਅਸੀਂ ਬਿਲਕੁਲ ਜਿਹੜਾ ਸੀਰੀਅਸਲੀ ਲੈ ਰਹੇ ਹਾਂ। ਉਸ ਪੋਸਟ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕੇ, ਪਰ ਉਸ ਦੇ ਪਿੱਛੇ ਵਜ੍ਹਾ ਕੀ ਹੈ, ਹਾਲਾਂਕਿ ਇੱਕ ਬਹੁਤ ਲੰਬਾ ਚੌੜਾ ਉਸ ਦੇ ਵਿੱਚ ਇੱਕ ਮੈਸੇਜ ਲਿਖਿਆ ਗਿਆ ਹੈ, ਪਰ ਉਸ ਦੇ ਉੱਪਰ ਵੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜੋ ਨੇ ਉਹ ਕੰਮ ਕਰ ਰਹੀਆਂ ਨੇ। ਤਾਂ ਇਹ ਗੈਂਗਸਟਰਾਂ ਦੇ ਨਾਲ ਇਸ ਨੂੰ ਜੋੜ ਕੇ ਦੇਖਿਆ ਜਾਵੇ ਜਾਂ ਕੋਈ ਹੋਰ ਐਸੇ ਲੋਕ ਨੇ ਜਾਂ ਐਸੀਆਂ ਤਾਕਤਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਲਗਾਤਾਰ ਜੋ ਹੈ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ, ਤਾਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਜੇਕਰ ਕਰ ਸਕਦੇ ਨੇ ਤਾਂ ਉਹ ਪੰਜਾਬ ਦੇ ਲੋਕ, ਕਿਉਂਕਿ ਪੰਜਾਬ ਦੀ ਜਿਹੜੀ ਆਪਸੀ ਭਾਈਚਾਰਕ ਸਾਂਝ ਹੈ ਉਸ ਨੂੰ ਜੇਕਰ ਅਸੀਂ ਪੰਜਾਬ ਦਾ ਕਾਲਾ ਦੌਰ ਜੋ ਸੀ ਅੱਤਵਾਦ ਦਾ, ਤਾਂ ਉਸ ਵੇਲੇ ਵੀ ਪੰਜਾਬ ਦੇ ਲੋਕਾਂ ਨੇ ਹੀ ਉਸ ਦੇ ਵਿੱਚ ਜਿੱਤ ਹਾਸਲ ਕੀਤੀ ਸੀ। ਤਾਂ ਲੋਕਾਂ ਦਾ ਕਿਤੇ ਨਾ ਕਿਤੇ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਕੁਝ ਲੋਕ ਜ਼ਰੂਰ ਭੜਕਾਹਟ ਦੇ ਵਿੱਚ ਆਉਂਦੇ ਨੇ, ਕਿਉਂਕਿ ਜਦੋਂ ਕਿਸੇ ਦਾ ਜੀ ਇਸ ਤਰੀਕੇ ਦੇ ਨਾਲ ਚਲਾ ਜਾਂਦਾ ਤਾਂ ਗੁੱਸਾ ਹਰ ਕਿਸੇ ਦੇ ਵਿੱਚ ਹੁੰਦਾ ਹੈ, ਪਰ ਕੋਸ਼ਿਸ਼ ਪੁਲਿਸ ਦੀ, ਪ੍ਰਸ਼ਾਸਨ ਦੀ ਇਹੀ ਹੁੰਦੀ ਹੈ ਕਿ ਸਹੀ ਢੰਗ ਦੇ ਨਾਲ, ਸਹੀ ਤਰੀਕੇ ਦੇ ਨਾਲ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਪ੍ਰਸ਼ਾਸਨ ਔਰ ਜੇਕਰ ਅਸੀਂ ਪੀੜਤ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਡੇਰੇ ਦੇ ਨਾਲ ਜੁੜੇ ਲੋਕ ਅਗਵਾਈ ਕਰ ਰਹੇ ਨੇ ਉਹ ਲਗਾਤਾਰ ਪੁਲਿਸ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਵੀ ਨੇ। ਔਰ ਜਿੱਦਾਂ ਅਸੀਂ ਪੋਸਟਮਾਰਟਮ ਹਾਊਸ ਦੇ ਬਾਹਰ ਦੀ ਤਸਵੀਰ ਦੇਖੀ ਕਿ ਬੜੇ ਸ਼ਾਂਤਮਈ ਢੰਗ ਦੇ ਨਾਲ ਸਾਰੇ ਲੋਕ ਉੱਥੇ ਇਕੱਤਰ ਹੋਏ, SDM ਦੀ ਨਿਗਰਾਨੀ ਹੇਠ ਪੋਸਟਮਾਰਟਮ ਕੀਤਾ ਗਿਆ ਔਰ ਉਸ ਤੋਂ ਬਾਅਦ ਹੀ ਜਿਹੜੀ ਮ੍ਰਿਤਕ ਦੇਹ ਆ ਉਹ ਪਰਿਵਾਰ ਨੂੰ ਸੌਂਪੀ ਗਈ। ਤਾਂ ਇਸ ਵੇਲੇ ਕੋਟਕਪੂਰਾ ਦੇ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅੰਦਰੂਨੀ ਇਲਾਕਾ ਉੱਥੇ ਇਹ ਡੇਰਾ ਸਥਿਤ ਹੈ, ਤਾਂ ਸਾਰੇ ਡੇਰਾ ਪ੍ਰੇਮੀ ਜਿਹੜੇ ਨੇ ਉਹ ਬੜੇ ਆਰਾਮ ਦੇ ਨਾਲ ਇੱਥੇ ਪਹੁੰਚ ਰਹੇ ਨੇ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਇੱਥੋਂ ਜਾ ਵੀ ਰਹੇ ਨੇ। ਹਾਲਾਂਕਿ ਬਹੁਤ ਜ਼ਿਆਦਾ ਤਾਦਾਦ ਇੱਥੇ ਨਹੀਂ ਹੈ ਔਰ ਨਾ ਹੀ ਪੁਲਿਸ ਦੀ ਵੀ ਇਹ ਕੋਸ਼ਿਸ਼ ਹੈ ਕਿ ਬਹੁਤ ਜ਼ਿਆਦਾ ਭੀੜ ਇਕੱਤਰ ਨਾ ਹੋਵੇ। ਫਿਰ ਵੀ ਜਿਹੜੇ ਪੁਲਿਸ ਵੱਲੋਂ ਜਿਸ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਜਾਂਦੇ ਨੇ ਉਸ ਤੋਂ ਵੀ ਕਿਤੇ ਵਾਧੂ ਪ੍ਰਬੰਧ ਨਜ਼ਰ ਆ ਰਹੇ ਨੇ। ਬੈਰੀਕੇਡਿੰਗ ਕੀਤੀ ਗਈ ਹੈ, ਬਹੁਤ ਜ਼ਿਆਦਾ ਗੱਡੀਆਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ। ਤਾਂ ਇੱਕ ਵਾਰ ਅੰਦਰ ਦੀ ਮੈਂ ਦੁਬਾਰਾ ਤਸਵੀਰ ਦੇਖ ਕੇ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਡੇਰੇ ਦੇ ਨਾਲ ਜੁੜੇ ਜਿਹੜੇ ਆਗੂ ਨੇ ਲਗਾਤਾਰ ਸਵੇਰ ਤੋਂ ਇੱਕ ਜਾਣਕਾਰੀ ਉਹਨਾਂ ਦੇ ਨਾਲ ਅਸੀਂ ਜੋ ਹੈ ਉਹਨਾਂ ਦੇ ਕੋਲੋਂ ਜਾਣਕਾਰੀ ਲੈ ਕੇ ਅੱਗੇ ਅੱਛਾ ਰਾਜੀਵ, ਮੈਂ ਇੱਕ ਚੀਜ਼ ਦਾ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ, ਇੱਕ ਚੀਜ਼ ਦਾ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ। ਜਿਹੜੀ ਗੱਲ ਤੁਸੀਂ ਕਰ ਰਹੇ ਸੀ ਉਸ ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਕਿਤੇ ਘਟਨਾ ਕੋਈ ਹੋ ਜਾਂਦੀ ਹੈ ਸਭ ਤੋਂ ਵੱਡਾ ਡਰ ਇਹੀ ਹੁੰਦਾ ਕਿ ਕਿਸੇ ਤਰੀਕੇ ਦੀ ਕਮਿਊਨਲ ਵਾਇਲੈਂਸ ਨਾ ਹੋ ਜੇ। ਅੱਤਵਾਦ ਦੇ ਦੌਰ ਦਾ ਤੁਸੀਂ ਜ਼ਿਕਰ ਕੀਤਾ, ਕਦੇ ਨਹੀਂ ਆਪਣੇ ਧਿਆਨ ਦੇ ਵਿੱਚ ਹੋਣਾ, ਕਦੇ ਅੱਜ ਤੱਕ ਹੋਈ ਵੀ ਨਹੀਂ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਕਿਸੇ ਵੀ ਘਟਨਾ ਨੂੰ ਲੈ ਕੇ ਕਮਿਊਨਲ ਵਾਇਲੈਂਸ ਹੋ ਗਈ ਹੋਵੇ। ਘਟਨਾਵਾਂ ਬਹੁਤ ਹੋਈਆਂ ਨੇ, ਹਾਂ ਇੱਕ ਪਾਰਟਿਕੂਲਰ ਏਰੀਆ ਜਿੱਥੇ ਘਟਨਾ ਹੋਈ ਹੁੰਦੀ ਹੈ ਕਈ ਵਾਰੀ ਉੱਥੇ ਤਣਾਅ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਸੋ ਮੈਂ ਤੁਹਾਡੇ ਤੋਂ ਜਾਣਨਾ ਇਹ ਚਾਹਣਾ ਹੈ ਕਿ ਤੁਸੀਂ ਉੱਥੇ ਵੀ ਸਪੌਟ ਤੇ ਬਹੁਤ ਦੇਰ ਰਹੇ, ਹੁਣ ਤੁਸੀਂ ਜਿੱਥੇ ਮ੍ਰਿਤਕ ਦੇ ਰੱਖੀ ਹੈ ਉੱਥੇ ਵੀ ਹੋ, ਜਿਹੜੇ ਡੇਰਾ ਪ੍ਰੇਮੀ ਨੇ ਉਹਨਾਂ ਨਾਲ ਵੀ ਗੱਲ ਕੀਤੀ ਜਾਂ ਹੋਰ ਵੀ ਜਿਹੜੇ ਲੋਕ ਉੱਥੇ ਸੀ ਉਹਨਾਂ ਨਾਲ ਗੱਲ ਹੋਈ ਹੋਣੀ ਹੈ ਕਿ ਉਸ ਇਲਾਕੇ ਦੇ ਵਿੱਚ ਵੀ ਤੁਸੀਂ ਕੋਈ ਤਣਾਅ ਦਾ ਮਾਹੌਲ ਦੇਖਿਆ ਥੋੜਾ ਬਹੁਤ? ਜੀ ਬਿਲਕੁਲ ਵਿਜੇ, ਮੈਂ ਇਹੀ ਗੱਲ ਕਰਨਾ ਚਾਹ ਰਿਹਾ ਸੀ ਔਰ ਇਹ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਇੰਨੀ ਵੱਡੀ ਘਟਨਾ ਜਿਹੜੀ ਆ ਉਹ ਵਾਪਰ ਜਾਂਦੀ ਹੈ। ਪਰ ਮੈਂ ਇਹ ਕਹਿ ਸਕਦਾ ਕਿ ਇਸ ਘਟਨਾ ਤੋਂ ਬਾਅਦ ਲੋਕ ਸ਼ਾਂਤ ਨੇ, ਕੋਈ ਇਸ ਤਰੀਕੇ ਦੀ ਭੜਕਾਹਟ, ਕੋਈ ਇਸ ਤਰੀਕੇ ਦਾ ਪ੍ਰਦਰਸ਼ਨ, ਕਿਉਂਕਿ ਜਿਹੜੇ ਆਸ-ਪਾਸ ਦੀਆਂ ਦੁਕਾਨਾਂ ਜਾਂ ਬਾਜ਼ਾਰ ਜਿਹੜੇ ਨੇ ਉਹ ਆਮ ਦਿਨਾਂ ਵਾਂਗ ਹੀ
ਖੁੱਲੇ ਹੋਏ ਨੇ, ਬਾਜ਼ਾਰਾਂ ਦੇ ਵਿੱਚ ਚਹਿਲ ਪਹਿਲ ਹੈ। ਤਾਂ ਇਸ ਕਰਕੇ ਕੋਈ ਅਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਜਿਸ ਦੇ ਨਾਲ ਲੋਕ ਜੋ ਨੇ ਉਹ ਸਹਿਮ ਦੇ ਵਿੱਚ ਰਹਿਣ ਲਈ ਮਜਬੂਰ ਹੋਣ ਜਾਂ ਲੋਕਾਂ ਦੇ ਵਿੱਚ ਡਰ ਪੈਦਾ ਹੋਇਆ ਹੋਵੇ। ਹਾਲਾਂਕਿ ਜਿਸ ਪਰਿਵਾਰ ਦੇ ਨਾਲ ਇਹ ਸਭ ਕੁਝ ਵਾਪਰਿਆ ਉਹ ਸਦਮੇ ਦੇ ਵਿੱਚ ਹੈ। ਡੇਰੇ ਦੇ ਨਾਲ ਜਿਹੜੇ ਜੁੜੇ ਲੋਕ ਨੇ ਉਹ ਕਿਤੇ ਨਾ ਕਿਤੇ ਗੁੱਸੇ ਦੇ ਵਿੱਚ ਜ਼ਰੂਰ ਨੇ, ਪਰ ਉਹਨਾਂ ਨੇ ਗੁੱਸਾ ਆਪਣਾ ਜਿਹੜਾ ਉਹ ਪ੍ਰਸ਼ਾਸਨ ਤੱਕ ਜਿਹੜਾ ਆਪਣੇ ਜਿਹੜਾ ਇੱਕ ਤਰੀਕਾ ਹੁੰਦਾ ਕਿ ਜਿਹੜਾ ਵਾਰਤਾਲਾਪ ਕਰਕੇ ਜਾਂ ਮੀਟਿੰਗ ਕਰਕੇ ਆਪਣੀ ਜਿਹੜੀ ਗੱਲ ਹੈ ਉਹ ਰੱਖੀ ਜਾਵੇ। ਔਰ ਪੁਲਿਸ ਅਧਿਕਾਰੀਆਂ ਵੱਲੋਂ ਵੀ ਭਰੋਸਾ ਉਹਨਾਂ ਨੂੰ ਇਹੀ ਦਿੱਤਾ ਜਾ ਰਿਹਾ ਕਿ ਅਸੀਂ ਹਰ ਇੱਕ ਐਂਗਲ ਤੇ ਜਿਹੜੀ ਜਾਂਚ ਹੈ ਉਹ ਕਰ ਰਹੇ ਹਾਂ। ਤਾਂ ਇੱਕ ਵਾਰ ਫਿਰ ਮੈਂ ਤਸਵੀਰ ਦਿਖਾ ਦਿਆਂ ਕਿ ਇਹ ਇੱਕ ਬਹੁਤ ਵੱਡਾ ਹਾਲ ਹੈ ਜਿੱਥੇ ਡੇਰਾ ਇਹ ਬਣਿਆ ਹੋਇਆ। ਨਾਮ ਚਰਚਾ ਘਰ ਦੇ ਵਿੱਚ ਹੀ ਸਭ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਲਿਆਂਦਾ ਗਿਆ, ਕਿਉਂਕਿ ਡੇਰੇ ਦੇ ਨਾਲ ਉਹ ਜੁੜੇ ਹੋਏ ਸੀ। ਔਰ ਜੇਕਰ ਦੋ ਜਿਹੜੀਆਂ FIR ਦੀ ਗੱਲ ਕੀਤੀ ਜਾਂਦੀ ਹੈ ਤਾਂ ਪਰਿਵਾਰ ਜਾਂ ਡੇਰੇ ਦੇ ਨਾਲ ਜੁੜੇ ਜਿਹੜੇ ਲੋਕ ਇਹ ਦਾਵਾ ਕਰਦੇ ਨੇ ਕਿ ਉਸ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ, ਪਰ ਕਿਉਂਕਿ ਅਦਾਲਤ ਦੇ ਵਿੱਚ ਮਾਮਲਾ ਤਾਂ ਉਸ ਬਾਰੇ ਅਸੀਂ ਜ਼ਿਆਦਾ ਟਿੱਪਣੀ ਨਹੀਂ ਕਰ ਸਕਦੇ। ਉਹ ਅਦਾਲਤ ਤੈਅ ਕਰੇਗੀ ਕਿ ਕੌਣ ਕਿਸ ਦੇ ਲਈ ਕੀ ਜ਼ਿੰਮੇਵਾਰ ਹੈ, ਪਰ ਸਿੱਧੇ ਤੌਰ ਤੇ ਡੇਰੇ ਦੇ ਨਾਲ ਜੁੜੇ ਹੋਣ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਇਹ ਜ਼ਰੂਰ ਖਦਸ਼ਾ ਸੀ ਕਿ ਉਹਨਾਂ ਦੇ ਉੱਪਰ ਕੋਈ ਜਾਨਲੇਵਾ ਹਮਲਾ ਹੋ ਸਕਦਾ। ਤਾਂ ਇਸੇ ਕਰਕੇ ਹੀ ਅਦਾਲਤ ਵੱਲੋਂ ਜਾਂ ਜਿਹੜੀ ਸਰਕਾਰ ਵੱਲੋਂ ਜਿਹੜੇ ਸੁਰੱਖਿਆ ਗਾਰਡ ਉਹਨਾਂ ਨੂੰ ਮੁਹੱਈਆ ਕਰਵਾਏ ਗਏ ਸੀ। ਪਰ ਅੱਜ ਜਿਸ ਵੇਲੇ ਇਹ ਪੂਰੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਵੇਲੇ ਵੀ ਉਹਨਾਂ ਦੇ ਭਾਵੇਂ ਸੁਰੱਖਿਆ ਗਾਰਡ ਉਹਨਾਂ ਦੇ ਨਾਲ ਸੀ, ਪਰ ਕਿਹਾ ਜਾ ਰਿਹਾ ਕਿ ਇੱਕ ਜਿਹੜਾ ਸਿਕਿਉਰਿਟੀ ਗਾਰਡ ਹੈ ਉਹ ਉਸ ਵੇਲੇ ਉਹਨਾਂ ਦੇ ਨਾਲ ਮੌਜੂਦ ਸੀ, ਤਾਂ ਦੂਸਰੇ ਕਿਹਾ ਜਾ ਰਿਹਾ ਕਿ ਨੇੜੇ ਤੇੜੇ ਹੀ ਕਿਤੇ ਕਿਸੇ ਕੰਮ ਦੇ ਲਈ ਗਏ ਹੋਏ ਸੀ। ਹਾਲਾਂਕਿ ਉਹ ਜਾਂਚ ਦੇ ਵਿੱਚ ਸਪਸ਼ਟ ਹੋਏਗਾ। ਹੋਰ ਵੀ ਜਿਹੜੀ CCTV ਫੁਟੇਜ ਹੈ ਪੂਰੇ ਸ਼ਹਿਰ ਦੇ ਵਿੱਚੋਂ ਪੁਲਿਸ ਵੱਲੋਂ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਇਸ ਵੇਲੇ ਅੰਤਿਮ ਦਰਸ਼ਨ ਕਰਨ ਦੇ ਲਈ ਜਿਹੜੇ ਰਿਸ਼ਤੇਦਾਰ ਨੇ ਜਾਂ ਡੇਰਾ ਪ੍ਰੇਮੀ ਨੇ ਉਹ ਪਹੁੰਚ ਰਹੇ ਨੇ। ਤਾਂ ਪਰਿਵਾਰ ਇਸ ਵੇਲੇ ਕਾਫੀ ਸਦਮੇ ਦੇ ਵਿੱਚ ਹੈ। ਤਾਂ ਹੁਣ ਅਗਲੀ ਕੀ ਉਹਨਾਂ ਦਾ ਜਿਹੜਾ ਫੈਸਲਾ ਹੁੰਦਾ ਹੈ, ਅੰਤਿਮ ਸੰਸਕਾਰ ਕਦੋਂ ਕੀਤਾ ਜਾਣਾ ਹੈ, ਕਿੱਥੇ ਕੀਤਾ ਜਾਣਾ, ਇਹ ਪੂਰਾ ਪਰਿਵਾਰ ਤੈਅ ਕਰੇਗਾ। ਔਰ ਡੇਰੇ ਦੀ ਜਿਹੜੀ ਕਮੇਟੀ ਹੈ ਉਹਨਾਂ ਦੇ ਵਿੱਚ ਜਿਹੜੇ ਮੈਂਬਰ ਨੇ, ਉਹਨਾਂ ਦੇ ਜਿਹੜੇ ਆਗੂ ਨੇ, ਉਹਨਾਂ ਦਾ ਕਹਿਣਾ ਕਿ ਅਸੀਂ ਇਸ ਬਾਰੇ ਵਿਚਾਰ ਕਰ ਰਹੇ ਹਾਂ। ਵਿਚਾਰ ਕਰਨ ਤੋਂ ਬਾਅਦ ਮੀਡੀਆ ਦੇ ਰਾਹੀਂ ਇਹ ਦੱਸਿਆ ਜਾਏਗਾ ਕਿ ਕਿੱਥੇ ਅੰਤਿਮ ਸੰਸਕਾਰ ਕਰਨਾ ਹੈ। ਪਰ ਡੇਰੇ ਦੇ ਵਿੱਚ ਇਸ ਵੇਲੇ ਜਿਹੜੇ ਉਹਨਾਂ ਦੇ ਨਾਲ ਪਹਿਲਾਂ ਤੋਂ ਜੁੜੇ ਲੋਕ ਸੀ, ਭਾਵੇਂ ਉਹ ਪਰਿਵਾਰਕ ਮੈਂਬਰ ਹੋਣ ਜਾਂ ਡੇਰੇ ਦੇ ਨਾਲ ਜੁੜੇ ਜਿਹੜੇ ਡੇਰਾ ਪ੍ਰੇਮੀ ਨੇ, ਤਾਂ ਉਹ ਇਸ ਵੇਲੇ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਨੇ। ਔਰ ਹਰ ਕੋਈ ਪ੍ਰਦੀਪ ਕੁਮਾਰ ਦਾ ਇਸ ਵੇਲੇ ਅੰਤਿਮ ਦਰਸ਼ਨ ਕਰਨ ਦੇ ਲਈ ਡੇਰੇ ਦੇ ਵਿੱਚ ਪਹੁੰਚਦਾ ਹੋਇਆ ਨਜ਼ਰ ਆ ਰਿਹਾ। ਔਰ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਚਾਰੇ ਪਾਸੇ ਵਧਾਏ ਗਏ ਨੇ। ਜੀ ਵਿਜੇ। ਤਾਂ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਇਸ ਵੇਲੇ ਮ੍ਰਿਤਕ ਦੇ ਨੂੰ ਡੇਰੇ ਦੀ ਨਾਮ ਚਰਚਾ ਘਰ ਦੇ ਵਿੱਚ, ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਦੇ ਵਿੱਚ ਰਖਵਾਇਆ ਗਿਆ। ਰਾਜੀਵ ਸਾਡੇ ਤੱਕ ਇਹ ਤਸਵੀਰਾਂ ਪਹੁੰਚਾ ਰਹੇ ਨੇ। ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਪ੍ਰਦੀਪ ਦੇ ਉੱਥੇ ਮੌਜੂਦ ਨੇ, ਔਰ ਕੁਝ ਉਹਨਾਂ ਦੇ ਜਾਣਕਾਰ, ਕੁਝ ਰਿਸ਼ਤੇਦਾਰ ਔਰ ਕੁਝ ਡੇਰੇ ਦੇ ਸਮਰਥਕ ਜਿਹੜੇ ਆ ਰਹੇ ਨੇ ਔਰ ਉੱਥੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਉੱਥੋਂ ਜਾ ਰਹੇ ਨੇ। ਪੁਲਿਸ ਪ੍ਰਸ਼ਾਸਨ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਤੈਨਾਤ ਹੈ, ਕਿਉਂਕਿ ਕੋਈ ਵੀ ਪੁਲਿਸ ਪ੍ਰਸ਼ਾਸਨ ਐਸਾ ਜਿਹੜਾ ਹੈ ਉਹ ਮੌਕਾ ਨਹੀਂ ਦੇਣਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰ ਨੂੰ ਜਾਂ ਕਿਸੇ ਵੀ ਤਰੀਕੇ ਦੇ ਕਿਸੇ ਮੁਜਰਮ ਪ੍ਰਵਿਰਤੀ ਦੇ ਵਿਅਕਤੀ ਨੂੰ ਕਿ ਉਹ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇ। ਕਿਉਂਕਿ ਆਮ ਤੌਰ ਤੇ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਮਕਸਦ ਤੇ ਉਹੀ ਹੁੰਦਾ ਹੈ ਉਹਨਾਂ ਉੱਥੇ ਪੀਸ ਨੂੰ ਪ੍ਰਭਾਵਿਤ ਕਰਨਾ, ਲਾਅ ਐਂਡ ਆਰਡਰ ਨੂੰ ਪ੍ਰਭਾਵਿਤ ਕਰਨਾ। ਔਰ ਇਹ ਕੋਸ਼ਿਸ਼ ਰਹਿੰਦੀ ਹੈ ਜਦੋਂ ਕਿਸੇ ਵੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਕਰਕੇ ਪ੍ਰਸ਼ਾਸਨ ਦੀ ਸਭ ਤੋਂ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉੱਥੇ ਮਾਹੌਲ ਨੂੰ ਸੰਭਾਲਿਆ ਜਾਵੇ, ਮੌਕੇ ਨੂੰ ਸੰਭਾਲਿਆ ਜਾਵੇ। ਉਸ ਤੋਂ ਬਾਅਦ ਜਿਸ ਪਰਿਵਾਰ ਦੇ ਨਾਲ ਘਟਨਾ ਵਾਪਰੀ ਹੈ ਉਸ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਮ੍ਰਿਤਕ ਦੇਹ ਦਾ ਸੰਸਕਾਰ ਕਰਵਾਇਆ ਜਾਵੇ, ਅੰਤਿਮ ਸੰਸਕਾਰ ਕਰਵਾਇਆ ਜਾਵੇ। ਸੋ ਇਹ ਹੁੰਦੀਆਂ ਨੇ ਕੋਸ਼ਿਸ਼ਾਂ। ਇਸ ਬਾਰੇ ਹਲੇ ਤੱਕ ਕੁਝ ਕਿਸੇ ਨੇ ਦੱਸਿਆ ਨਹੀਂ ਹੈ। ਰਾਜੀਵ, ਕੋਈ ਜਾਣਕਾਰੀ ਮਿਲ ਪਾਈ ਹੋਵੇ ਪਰਿਵਾਰ ਵੱਲੋਂ ਜਾਂ ਕਿਸੇ ਵੀ ਉਹਨਾਂ ਦੇ ਸਮਰਥਕ ਵੱਲੋਂ ਕਿ ਅੰਤਿਮ ਸੰਸਕਾਰ ਨੂੰ ਲੈ ਕੇ ਕੋਈ ਗੱਲਬਾਤ ਹੋ ਰਹੀ ਹੈ? ਜੀ ਬਿਲਕੁਲ, ਜੋ ਸਵੇਰ ਤੋਂ ਲਗਾਤਾਰ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਨੇ ਹਰਚਰਨ ਸਿੰਘ, ਜੋ ਕਿ ਡੇਰੇ ਦੀ ਜਿਹੜੀ ਇੱਕ ਕਮੇਟੀ ਬਣੀ ਹੈ ਉਸਦੇ ਮੈਂਬਰ ਨੇ। ਤਾਂ ਕੁਝ ਦੇਰ ਪਹਿਲਾਂ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਅੰਤਿਮ ਸੰਸਕਾਰ ਬਾਰੇ ਹਾਲੇ ਕੋਈ ਫੈਸਲਾ ਹੋਇਆ। ਤਾਂ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਕਿ ਹਾਲੇ ਸਾਡਾ ਕੋਈ ਵੀ ਫੈਸਲਾ ਜੋ ਹੈ ਉਹ ਨਹੀਂ ਹੋਇਆ। ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਜੋ IG ਨੇ ਇੱਥੋਂ ਦੇ ਜਾਂ ਫਿਰ ਜਿਹੜੇ SSP ਨੇ ਉਹ ਵੀ ਡੇਰੇ ਦੇ ਅੰਦਰ ਪਹੁੰਚੇ ਸੀ ਜਦੋਂ ਪ੍ਰਦੀਪ ਕੁਮਾਰ ਦੀ ਜਿਹੜੀ ਮ੍ਰਿਤਕ ਦੇਹ ਆ ਪੋਸਟਮਾਰਟਮ ਕਰਨ ਤੋਂ ਬਾਅਦ ਇੱਥੇ ਲਿਆਂਦੀ ਗਈ। ਤਾਂ ਪੁਲਿਸ ਦੇ ਅਧਿਕਾਰੀ ਉਸ ਵੇਲੇ ਵੀ ਇੱਕ ਜਿਹੜਾ ਵੱਡਾ ਕਾਫਲਾ ਸੀ, ਵੱਖ-ਵੱਖ
ਜਿਹੜੇ ਰੈਂਕ ਦੇ ਅਧਿਕਾਰੀ ਨੇ ਉਹ ਉਸ ਕਾਫਲੇ ਦੇ ਵਿੱਚ ਮੌਜੂਦ ਸੀ। ਤਾਂ ਕੋਸ਼ਿਸ਼ ਇਹੀ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਮਾਹੌਲ ਜਿਹੜਾ ਉਹ ਖਰਾਬ ਨਾ ਹੋਵੇ, ਕਿਸੇ ਤਰ੍ਹਾਂ ਦੀ ਕੋਈ ਤਣਾਅ ਵਾਲੀ ਸਥਿਤੀ ਨਾ ਬਣੇ। ਤਾਂ ਸਵੇਰ ਤੋਂ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਕਿ ਹਾਲਾਂਕਿ ਘਟਨਾ ਬਹੁਤ ਵੱਡੀ ਹੈ, ਮੰਦਭਾਗੀ ਘਟਨਾ ਹੈ, ਪਰ ਪੂਰੇ ਜੇਕਰ ਅਸੀਂ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ, ਰਿਸ਼ਤੇਦਾਰਾਂ ਦੀ ਗੱਲ ਕਰੀਏ ਜਾਂ ਡੇਰੇ ਸਮਰਥਕਾਂ ਦੀ ਗੱਲ ਕਰੀਏ ਤਾਂ ਸ਼ਾਂਤਮਈ ਢੰਗ ਦੇ ਨਾਲ ਜੋ ਹੈ ਸਵੇਰ ਤੋਂ ਹੀ ਹੁਣ ਤੱਕ ਆਪਣੀ ਜਿਹੜੀ ਗੱਲ ਹੈ ਪ੍ਰਸ਼ਾਸਨ ਦੇ ਅੱਗੇ ਰੱਖੀ ਜਾ ਰਹੀ ਹੈ। ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ। ਜੇਕਰ ਉਸ ਇਲਾਕੇ ਦਾ ਮੈਂ ਜ਼ਿਕਰ ਕਰਾਂ ਤਾਂ ਆਸ-ਪਾਸ ਕੁਝ ਦੁਕਾਨਾਂ ਜਿਹੜੀਆਂ ਖੁੱਲੀਆਂ ਵੀ ਹੋਈਆਂ ਸੀ ਔਰ ਪੂਰਾ ਜੇਕਰ ਸ਼ਹਿਰ ਦੀ ਮੈਂ ਗੱਲ ਕਰਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਮੈਂ ਹੁਣ ਜਦੋਂ ਅਸੀਂ ਗਏ ਪੋਸਟਮਾਰਟਮ ਹਾਊਸ ਤਾਂ ਵਾਪਸੀ ਵੇਲੇ ਦੇਖਿਆ ਕਿ ਕਿਸੇ ਤਰ੍ਹਾਂ ਦੀ ਕੋਈ ਜ਼ਬਰਦਸਤੀ ਕੋਈ ਬਾਜ਼ਾਰ ਨਹੀਂ ਬੰਦ ਕਰਵਾਏ ਗਏ ਔਰ ਨਾ ਹੀ ਕਿਸੇ ਨੂੰ ਐਸਾ ਕਰਨ ਦੇ ਲਈ ਕਿਹਾ ਜਾ ਰਿਹਾ। ਤਾਂ ਸਿਰਫ ਤੇ ਸਿਰਫ ਪਰਿਵਾਰ ਇਸ ਵੇਲੇ ਉਹਨਾਂ ਦੀ ਇਹੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਜੋ ਉਹਨਾਂ ਦਾ ਪਰਿਵਾਰਕ ਜੀ ਜਿਸ ਦੀ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਕਿ ਬੜੇ ਇੱਕ ਰਣਨੀਤੀ ਦੇ ਤਹਿਤ ਜੋ ਹੈ ਉਹਨਾਂ ਦਾ ਕਤਲ ਕੀਤਾ ਗਿਆ, ਕਿਉਂਕਿ ਪਲਾਨਡ ਤਰੀਕਾ ਲੱਗ ਰਿਹਾ ਕਿ ਬਿਲਕੁਲ ਘਰ ਦੇ ਨੇੜੇ ਉਹਨਾਂ ਦੀ ਦੁਕਾਨ ਹੈ ਜਿੱਥੇ ਉਹ ਹਰ ਰੋਜ਼ ਜੋ ਹੈ ਉਹ ਆਪਣੇ ਕੰਮਕਾਰ ਦੇ ਲਈ ਜਾਂਦੇ ਸੀ। ਔਰ ਕੀ ਇਸ ਬਾਰੇ ਪਹਿਲਾਂ ਤੋਂ ਇਹਨਾਂ ਲੋਕਾਂ ਨੂੰ ਜਾਣਕਾਰੀ ਸੀ? ਕਿਉਂਕਿ ਸਵੇਰ ਦਾ ਸਮਾਂ ਹੀ ਕਿਉਂ ਚੁਣਿਆ ਗਿਆ? ਕਿਉਂਕਿ ਡੇਅਰੀ ਦਾ ਕੰਮ ਸੀ ਔਰ ਬਾਕੀ ਦੁਕਾਨਾਂ ਜਿਹੜੀਆਂ ਨੇ ਉਹ ਅਮੂਮਨ 9 ਜਾਂ 10 ਵਜੇ ਤੋਂ ਬਾਅਦ ਖੁੱਲਦੀਆਂ ਨੇ, ਪਰ ਜੇਕਰ ਅਸੀਂ ਦੁੱਧ ਦੀਆਂ ਡੇਅਰੀਆਂ ਦੀ ਗੱਲ ਕਰੀਏ ਤਾਂ ਉਹ ਸਭ ਤੋਂ ਪਹਿਲਾਂ 6 ਵਜੇ ਤੋਂ ਬਾਅਦ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਸ਼ਾਇਦ ਇਸੇ ਕਰਕੇ ਹੀ ਸਵੇਰ ਦਾ ਵਕਤ ਚੁਣਿਆ ਗਿਆ ਕਿਉਂਕਿ ਉਸ ਵੇਲੇ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਚਹਿਲ ਪਹਿਲ ਨਹੀਂ ਹੁੰਦੀ। ਤਾਂ ਹੁਣ ਪਰਿਵਾਰਕ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਹਰ ਪਾਸੇ ਸੋਗ ਦੀ ਲਹਿਰ ਹੈ ਔਰ ਪਰਿਵਾਰ ਜੋ ਹੈ ਸਦਮੇ ਦੇ ਵਿੱਚੋਂ ਲੰਘ ਰਿਹਾ, ਕਿਉਂਕਿ ਇੱਕ ਪਰਿਵਾਰ ਦਾ ਉਹ ਜੀ ਜੋ ਪਹਿਲਾਂ ਤੋਂ ਹੀ ਚਰਚਾ ਦੇ ਵਿੱਚ ਸੀ ਔਰ ਡੇਰੇ ਦੇ ਨਾਲ ਜੋ ਹੈ ਜੁੜਿਆ ਹੋਇਆ ਪਰਿਵਾਰ ਹੈ। ਤਾਂ ਇਸ ਕਰਕੇ ਕਈ ਤਰ੍ਹਾਂ ਦੇ ਖਦਸ਼ੇ ਵੀ ਜ਼ਾਹਿਰ ਕੀਤੇ ਜਾ ਰਹੇ ਨੇ ਕਿ ਕਿਉਂ ਉਹਨਾਂ ਨੂੰ ਹੀ ਟਾਰਗੇਟ ਕੀਤਾ ਗਿਆ। ਤਾਂ ਜਿਸ ਤਰ੍ਹਾਂ ਹੁਣ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 3 ਮੋਟਰਸਾਈਕਲ ਜਿਹੜੇ ਨੇ ਉਹ ਬਰਾਮਦ ਹੋ ਚੁੱਕੇ ਨੇ ਔਰ ਜਿਹੜੇ ਹਮਲਾਵਰ ਸੀ ਉਹ ਦੱਸਿਆ ਜਾ ਰਿਹਾ ਕਿ ਬਾਜਾਖਾਨਾ ਦੇ ਵਿੱਚ 2 ਮੋਟਰਸਾਈਕਲ ਉਹਨਾਂ ਵੱਲੋਂ ਸੁੱਟੇ ਗਏ, ਉਸ ਤੋਂ ਬਾਅਦ ਇੱਕ ਬੱਸ ਦੇ ਵਿੱਚ ਸਵਾਰ ਹੋ ਕੇ ਚਲੇ ਜਾਂਦੇ ਨੇ। ਤਾਂ ਬਹੁਤ ਸਾਰੇ ਕਲੂ ਪੁਲਿਸ ਦੇ ਕੋਲ ਪਹੁੰਚ ਚੁੱਕੇ ਨੇ। ਸੀਸੀਟੀਵੀ ਫੁਟੇਜ ਦੇ ਆਧਾਰ ਤੇ 6 ਅਣਪਛਾਤੇ ਹਮਲਾਵਰਾਂ ਦੇ ਉੱਪਰ FIR ਵੀ ਦਰਜ ਜਿਹੜੀ ਹੈ ਉਹ ਕਰ ਲਈ ਗਈ ਹੈ। ਪਰ ਇਹ ਸਭ ਤੋਂ ਜ਼ਰੂਰੀ ਗੱਲ ਹੈ ਕਿ ਭਾਵੇਂ ਉਹਨਾਂ ਵੱਲੋਂ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਪਰ ਉਸ ਦੇ ਪਿੱਛੇ ਵਜ੍ਹਾ ਕੌਣ ਸੀ, ਉਸ ਦੇ ਪਿੱਛੇ ਮਨਸ਼ਾ ਕੀ ਸੀ ਔਰ ਇਸ ਕਤਲ ਦੇ ਪਿੱਛੇ ਕੀ ਕੋਈ ਹੋਰ ਵੀ ਚਿਹਰਾ ਹੈ ਜਿਸ ਦੇ ਕਹਿਣ ਤੇ ਇਹ ਸਭ ਕੁਝ ਕੀਤਾ ਗਿਆ। ਹਾਲਾਂਕਿ ਗੋਲਡੀ ਬਰਾੜ ਵੱਲੋਂ ਜ਼ਰੂਰ ਇੱਕ ਪੋਸਟ ਪਾ ਕੇ ਇਹ ਦਾਅਵਾ ਕੀਤਾ ਗਿਆ, ਹਾਲਾਂਕਿ ਉਸ ਦਾਅਵੇ ਨੂੰ ਵੀ ਪੁਲਿਸ ਜੋ ਹੈ ਉਹ ਇੱਕ ਪਹਿਲੂ ਮੰਨ ਕੇ ਚੱਲ ਰਹੀ ਹੈ, ਉਸ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਤਾਂ ਇਸ ਵੇਲੇ ਦੀ ਜੇਕਰ ਮੈਂ ਤਸਵੀਰ ਕਰਾਂ ਤਾਂ ਕਾਫੀ ਦੁੱਖ ਵਾਲਾ ਇੱਥੇ ਮਾਹੌਲ ਹੈ, ਹਰ ਕੋਈ ਦੁੱਖ ਦੇ ਵਿੱਚ ਡੁੱਬਿਆ ਹੋਇਆ। ਬਜ਼ੁਰਗ ਮਹਿਲਾਵਾਂ ਤੁਸੀਂ ਦੇਖ ਸਕਦੇ ਹੋ, ਮਾਤਾਵਾਂ ਦੇਖ ਰਹੇ ਹੋ ਕਿ ਇਸ ਜਗ੍ਹਾ ਤੇ ਹਾਲਾਂਕਿ ਪਹਿਲਾਂ ਇਹ ਸਾਰੇ ਲੋਕ ਇਕੱਤਰ ਹੁੰਦੇ ਸੀ ਪਰ ਉਸ ਵੇਲੇ ਨਾਮ ਚਰਚਾ ਕੀਤੀ ਜਾਂਦੀ ਸੀ, ਰੱਬ ਦਾ ਨਾਮ ਲਿਆ ਜਾਂਦਾ ਸੀ, ਪਰ ਇਸ ਵੇਲੇ ਹਰ ਕੋਈ ਦੁੱਖ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਕਿਉਂਕਿ ਇੱਕ ਸ਼ਖਸ ਦਾ ਜੋ ਕਤਲ ਕੀਤਾ ਜਾਂਦਾ ਔਰ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਕਿ ਜਿਸ ਕਤਲ ਦੀਆਂ ਜਿਹੜੀਆਂ ਤਸਵੀਰਾਂ ਨੇ CCTV ਦੇ ਰਾਹੀਂ ਜਿਹੜੀਆਂ ਕੈਦ ਹੋਈਆਂ ਔਰ ਹਰ ਕੋਈ ਉਹਨਾਂ ਨੂੰ ਦੇਖ ਕੇ ਹੈਰਾਨ ਵੀ ਹੈ ਔਰ ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਨੇ। ਜੇਕਰ ਅਸੀਂ ਸਿਆਸੀ ਤੌਰ ਤੇ ਗੱਲ ਕਰੀਏ ਤਾਂ ਸਿਆਸੀ ਧਿਰਾਂ ਸਿੱਧੇ ਤੌਰ ਤੇ ਸਰਕਾਰ ਦੀ ਇਸ ਨੂੰ ਨਾਕਾਮੀ ਦੱਸਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ DGP ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਜਿੱਥੋਂ ਤੱਕ ਸਵਾਲ ਇਸ ਘਟਨਾ ਦਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਕ੍ਰਾਈਮ ਦਾ ਮਤਲਬ ਕ੍ਰਾਈਮ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਧਿਰ ਦੇ ਨਾਲ ਜੁੜਿਆ ਹੋਵੇ, ਕਿਸੇ ਵੀ ਸ਼ਖਸ ਦੇ ਨਾਲ ਜੁੜਿਆ ਹੋਵੇ। ਤਾਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਕਿ ਪਰਿਵਾਰ ਨੂੰ ਇਨਸਾਫ ਜੋ ਹੈ ਉਹ ਮਿਲੇਗਾ। ਪਰ ਕੀ ਪਰਿਵਾਰ ਜਾਂ ਡੇਰਾ ਪ੍ਰੇਮੀ ਪੁਲਿਸ ਦੀ ਜਾਂ ਸਰਕਾਰੀ ਇਹਨਾਂ ਬਿਆਨਾਂ ਦੇ ਨਾਲ ਕਿੰਨੇ ਕੁ ਸਹਿਮਤ ਨੇ ਇਸ ਬਾਰੇ ਤਾਂ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ। ਪਰ ਪ੍ਰਦੀਪ ਕੁਮਾਰ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ, ਕੋਈ ਸਮਾਂ ਤੈਅ ਨਹੀਂ ਕੀਤਾ ਗਿਆ, ਤਾਂ ਉਸ ਦਾ ਇੰਤਜ਼ਾਰ ਹੈ। ਔਰ ਦੂਸਰੇ ਪਾਸੇ ਪਰਿਵਾਰ ਦੇ ਨਾਲ ਲਗਾਤਾਰ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਸੰਪਰਕ ਦੇ ਵਿੱਚ ਨੇ ਔਰ ਕੋਸ਼ਿਸ਼ ਇਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਵੇ। ਜੀ ਵਿਜੇ ਜੀ ਧੰਨਵਾਦ ਰਾਜੀਵ ਇਸ ਪੂਰੀ ਜਾਣਕਾਰੀ ਦੇ ਲਈ। ਇਹ ਤਸਵੀਰਾਂ ਪਹੁੰਚਾਉਣ ਲਈ ਦਰਸ਼ਕਾਂ ਤੱਕ ਰਾਜੀਵ ਸ਼ਰਮਾ ਇਹ ਤਸਵੀਰਾਂ ਪਹੁੰਚਾ ਰਹੇ ਸੀ। ਸਾਡੇ ਸਹਿਯੋਗੀ ਕੋਟਕਪੂਰਾ 'ਚ ਨੇ, ਸਵੇਰ ਤੋਂ ਉਹ ਪਹਿਲਾ ਘਟਨਾ ਸਥਾਨ ਤਾਂ ਮੌਕਾ ਇਹ ਵਾਰਦਾਤ ਤੋਂ ਤਸਵੀਰਾਂ ਦਿਖਾਉਂਦੇ ਰਹੇ। ਹੁਣ ਇਸ ਵੇਲੇ ਕੋਟਕਪੂਰਾ ਦੇ ਨਾਮ ਚਰਚਾ ਘਰ 'ਚ ਨੇ ਜਿੱਥੇ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਹੈ ਪ੍ਰਦੀਪ ਦੀ ਔਰ ਪਰਿਵਾਰਿਕ ਮੈਂਬਰ ਔਰ ਹੋਰ ਜਿਹੜੇ ਡੇਰਾ ਸਮਰਥਕ ਜਾਂ ਉਹਨਾਂ ਦੇ ਸਕੇ ਸੰਬੰਧੀ ਉਹ ਉੱਥੇ
ਪਹੁੰਚ ਰਹੇ ਨੇ। ਸੋ ਪਰਿਵਾਰ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿਉਂਕਿ ਡੇਰੇ ਦੀ 45 ਮੈਂਬਰੀ ਕਮੇਟੀ ਦਾ ਫੈਸਲਾ ਹੈ, ਉਹੀ ਪ੍ਰਸ਼ਾਸਨ ਨੂੰ ਜਾਣੂ ਕਰਵਾਉਣਗੇ ਕਿ ਅੱਗੇ ਉਹਨਾਂ ਨੇ ਕੋਈ ਉਹਨਾਂ ਦੀਆਂ ਮੰਗਾਂ ਨੇ ਉਹ ਪ੍ਰਸ਼ਾਸਨ ਦੇ ਸਾਹਮਣੇ ਰੱਖਣੀਆਂ ਜਾਂ ਕਦੋਂ ਉਹਨਾਂ ਨੇ ਇਸ ਦਾ ਅੰਤਿਮ ਸੰਸਕਾਰ ਕਰਨਾ ਹੈ। ਇਸ ਬਾਰੇ ਹਜੇ ਕੁਝ ਸਪਸ਼ਟ ਨਹੀਂ ਹੋਇਆ, ਪਰ ਤਸਵੀਰਾਂ ਅਸੀਂ ਦਿਖਾ ਰਹੇ ਸੀ ਜੋ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਹੈ ਨਾਮ ਚਰਚਾ ਘਰ ਦੇ ਵਿੱਚ।